ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਵਾਰ ਦੇ 11ਵੇਂ ਸ਼ਬਦ ਦੀ ਵਾਰੀ ਹੈ ਜੀ। ਸ਼ਲੋਕ ਮਹੱਲਾ ਪਹਿਲਾ। ਜਾ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰ ਵਾੜ। ਸਣ ਕਿਸਾਰਾ ਚਿੱਥਿਆ, ਕਣ ਲਿਆ ਧਨ ਝਾੜ। ਦੋਏ ਪੁੜ ਚੱਕੀ ਜੋੜ ਕੇ, ਪੀਸਣ ਆਏ ਬਹਿਠ। ਸੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿਠ। ਮਹੱਲਾ ਪਹਿਲਾ। ਵੇਖ ਜੋ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ। ਖੁੰਡਾ ਅੰਦਰ ਰੱਖ ਕੇ, ਦੇਨ ਸੋ ਮਲ ਸਜਾਏ। ਰਸ ਕਸ ਟੱਟਰ ਪਾਈਏ, ਤੱਪੇ ਤੇ ਵਿਲ ਲਾਏ। ਪੀਸੋ ਫੋਗ ਸੰਭਾਲੀਏ, ਦਿੱਚੇ ਅੱਗ ਜਲਾਏ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾਂ ਆਏ। ਪੌੜੀ। ਇਕ ਨਾ ਮਰਨ ਨ ਚਿੱਤ, ਆਸ ਕਨੇਰੀਆਂ। ਮਰ ਮਰ ਜੰਮੇ ਨਿਤ, ਕਿਸੇ ਨਾ ਘੇਰਿਆ। ਆਪ ਰੜੇ ਮਨ ਚਿੱਤ, ਕਹਿਨ ਚੰਗੇਰਿਆ। ਜਮ ਰਾਜੇ ਨਿਤ ਨਿਤ, ਮਨ ਮੁਖ ਹੇਰਿਆ। ਮਨ ਮੁਖ ਲੂਣ ਹਰਾਮ, ਕਿਆ ਨ ਜਾਣਿਆ। ਬੱਧੇ ਕਰਮ ਸਲਾਮ, ਖਸਮੇ ਭਾਣਿਆ। ਸੱਚ ਮਿਲੇ ਮੁਖ ਨਾਮ, ਸਾਹਿਬ ਭਾਵਸੀ। ਕਰਸਨ ਤਖਤ ਸਲਾਮ, ਲਿਖਿਆ ਪਾਵਸੀ। ਸੱਚ ਮਿਲੇ ਮੁਖ ਨਾਮ, ਸਾਹਿਬ ਭਾਵਸੀ। ਕਰਸਨ ਤਖਤ ਸਲਾਮ, ਲਿਖਿਆ ਪਾਵਸੀ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਕਣਕ ਦਾ ਖੇਤ ਪੱਕ ਗਿਆ ਤਾਂ ਕੱਟਿਆ ਗਿਆ ਅਤੇ ਪਿੱਛੇ ਖਾਲੀ ਨਿਕੰਮੀ ਵਾੜ ਹੀ ਰਹਿ ਗਈ ਜੀ। ਕਣਕ ਦੇ ਸਿੱਟਿਆਂ ਨੂੰ ਤਿੱਖੇ ਸੂਲਾਂ ਸਮੇਤ ਚਿੱਥਿਆ ਕੁੱਟਿਆ ਗਿਆ ਅਤੇ ਉਹਨਾਂ ਦੇ ਤਨ ਭਾਵ ਬੂਟਿਆਂ ਨੂੰ ਝਾੜ ਕੇ ਕਣਕ ਦਾ ਦਾਣਾ ਅਲੱਗ ਕਰ ਲਿਆ ਗਿਆ ਜੀ। ਫਿਰ ਕਣਕ ਦੇ ਨੂੰ ਚੱਕੀ ਦੇ ਦੋਹਾਂ ਪੁੜਾਂ ਨੂੰ ਜੋੜ ਕੇ ਮਨੁੱਖ ਜਦੋਂ ਉਹਨਾਂ ਦਾਣਿਆਂ ਨੂੰ ਪੀਣ ਲਈ ਆ ਕੇ ਬੈਠ ਗਿਆ, ਫਿਰ ਗੁਰੂ ਜੀ ਕਹਿੰਦੇ ਹਨ ਕਿ ਉਦੋਂ ਇਹ ਅਚਰਜ ਤਮਾਸ਼ਾ ਵੇਖਿਆ ਕਿ ਜਿਹੜੇ ਦਾਣੇ ਕਿੱਲੀ ਦੇ ਨਾਲ ਭਾਵ ਵਿਚਕਾਰ ਉਹਦੇ ਡੰਡੇ ਦੇ ਨਾਲ ਜੁੜੇ ਸਨ, ਉਹ ਨਹੀਂ ਪੀਸੇ ਜਾਂਦੇ। ਭਾਵ ਉਸ ਦੇ ਦਰ ਉੱਤੇ ਰਹੇ ਅਤੇ ਉਹ ਪੀਸਣ ਤੋਂ ਬਚ ਗਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ ਵੇਖ, ਜਿਹੜਾ ਗੰਨਾ ਕੱਟਿਆ ਗਿਆ ਉਸ ਨੂੰ ਕੱਟ ਕੁੱਟ ਕੇ ਭਾਵ ਛਿੱਲ ਛਾਂਗ ਕੇ ਬੱਧਾ, ਫਿਰ ਵੇਲਣੇ ਵਿੱਚ ਪਾ ਕੇ ਉਸ ਨੂੰ ਨਿਚੋੜਿਆ ਗਿਆ। ਉਸ ਕਮਾਦ ਨੂੰ, ਗੰਨੇ ਦੇ ਕਮਾਦ ਨੂੰ, ਗੰਨੇ ਨੂੰ ਕਮਾਦ ਕਹਿੰਦੇ ਹਨ, ਨੂੰ ਵੇਲਣੇ ਦੀਆਂ ਲੱਠਾਂ ਵਿੱਚ ਰੱਖ ਕੇ ਕਮਾਦ ਪੀੜਨ ਵਾਲੇ ਪਹਿਲਵਾਨ ਉਸ ਨੂੰ ਪੀੜਦੇ ਹਨ ਜੀ। ਭਾਵ ਉਹਦੇ ਵਿੱਚੋਂ, ਗੰਨਿਆਂ ਵਿੱਚੋਂ ਰਸਾ ਕੱਢਦੇ ਹਨ ਜੀ, ਸਜਾ ਦਿੰਦੇ ਹਨ ਜੀ। ਫਿਰ ਗੰਨੇ ਦੀ ਰਸ ਕਸ ਨੂੰ ਕੜਾਹੇ ਵਿੱਚ ਪਾਇਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਹੇਠਾਂ ਕੜਾਹੇ ਦੇ ਹੇਠਾਂ ਅੱਗ ਬਾਲੀ ਜਾਂਦੀ ਹੈ ਤਾਂ ਉਹ ਰਸ ਤਪਦੀ ਹੈ ਅਤੇ ਵਰਲਾਪ ਕਰਦੀ ਹੈ ਜੀ। ਭਾਵ ਉਬਾਲੇ ਖਾਂਦੀ ਹੈ ਜੀ। ਗੰਨੇ 'ਚੋਂ ਰਸ ਕੱਢਣ ਮਗਰੋਂ ਉਹ ਜੋ ਫੋਗ ਛਿੱਲੜਾਂ ਬਚਦੀਆਂ ਹਨ, ਉਸ ਨੂੰ ਵੀ ਸੰਭਾਲਿਆ ਜਾਂਦਾ ਹੈ ਜੀ ਅਤੇ ਉਹ ਅੱਗ ਵਿੱਚ ਸਾੜ ਦਿੱਤਾ ਜਾਂਦਾ ਹੈ ਜੀ। ਭਾਵ ਅੱਗ ਵਿੱਚ ਕੰਮ ਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਲੋਕੋ, ਆ ਕੇ ਵੇਖੋ ਕਿ ਗੰਨਾ, ਗੁੜ ਅਤੇ ਖੰਡ
ਬਣਨ ਹਿਤ ਕਿਤਨਾ ਖੁਆਰ ਹੋਇਆ। ਭਾਵ ਉਸਨੇ ਖੰਡ ਬਣਨ ਦੀ ਖਾਤਰ ਕਿੰਨੇ ਦੁੱਖ ਝੇਲੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਈ ਮਨੁੱਖਾਂ ਨੂੰ ਆਪਣੇ ਚਿੱਤ ਵਿੱਚ ਮੌਤ ਚੇਤੇ ਹੀ ਨਹੀਂ। ਉਹ ਜੀਵਨ ਦੀ ਬਹੁਤ ਆਸਾ ਲਾਈ ਰੱਖਦੇ ਹਨ, ਭਾਵ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ ਜੀ। ਜ਼ਿੰਦਗੀ ਦਾ ਅਸਲੀ ਮਕਸਦ ਨਹੀਂ ਸਮਝਦੇ ਜੀ। ਉਹ ਸਦਾ ਮਰ ਮਰ ਕੇ ਜੰਮਦੇ ਰਹਿੰਦੇ ਹਨ ਜੀ, ਭਾਵ ਆਵਾਗਮਨ ਵਿੱਚ ਫਸੇ ਰਹਿੰਦੇ ਹਨ ਜੀ। ਉਹ ਕਿਸੇ ਕੰਮ ਦੇ ਨਹੀਂ ਰਹਿੰਦੇ। ਉਹ ਆਪਣੇ ਚਿੱਤ ਵਿੱਚ ਹੋਰਨਾਂ ਨਾਲੋਂ ਆਪਣੇ ਆਪ ਨੂੰ ਵੱਡਾ ਤੇ ਚੰਗਾ ਕਹਿੰਦੇ ਰਹਿੰਦੇ ਹਨ ਜੀ। ਪਰ ਜਮ ਰਾਜੇ ਨੇ ਤੇ ਨਿਤ ਭਾਵ ਸਦਾ ਹੀ ਅਜਿਹੇ ਮਨਮੁਖਾਂ ਨੂੰ ਵੇਖਿਆ ਤੇ ਹਿਸਾਬ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਬੰਦੇ ਲੂਣ ਹਰਾਮੀ ਹਨ। ਉਹਨਾਂ ਨੇ ਪਰਮੇਸ਼ਰ ਦੇ ਕੀਤੇ ਉਪਕਾਰ ਨੂੰ ਨਹੀਂ ਜਾਣਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਦਾ ਬੱਧੇ ਹੋਏ ਭਾਵ ਬੇਦਿਲੇ ਹੋ ਕੇ ਪਰਮੇਸ਼ਰ ਨੂੰ ਨਮਸਕਾਰਦੇ ਹਨ, ਭਾਵ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੇ ਜੀ। ਉਹ ਸੋਚਦੇ ਹਨ ਕਿ ਉਹੀ ਵੱਡਾ ਹੈ ਜੀ, ਔਰ ਜੋ ਕੁਛ ਕਰ ਰਿਹਾ ਹੈ ਉਹੀ ਕਰ ਰਿਹਾ ਹੈ। ਇਸ ਲਈ ਪਰਮੇਸ਼ਰ ਦੇ ਮਨ ਨੂੰ ਨਹੀਂ ਪਾਉਂਦੇ ਜੀ, ਖਸਮ ਦੇ ਮਨ ਨੂੰ ਨਹੀਂ ਪਾਉਂਦੇ ਜੀ। ਸੱਚ ਰੂਪ ਪਰਮੇਸ਼ਰ ਉਸ ਮਨੁੱਖ ਨੂੰ ਮਿਲੇਗਾ ਜਿਸ ਦੇ ਮੂੰਹ ਵਿੱਚ ਗੁਰਸ਼ਬਦ ਗੁਰਬਾਣੀ ਦਾ ਨਾਮ ਹੋਵੇਗਾ ਅਤੇ ਆਪਣੇ ਵਿਕਾਰਾਂ ਨੂੰ ਕਾਬੂ ਕਰਕੇ ਨਾਮ ਵਿੱਚ ਜੁੜੇਗਾ। ਉਹੀ ਸਾਹਿਬ ਦੇ ਮਨ ਨੂੰ ਚੰਗਾ ਲੱਗੇਗਾ। ਉਸ ਮਨੁੱਖ ਨੂੰ ਤਖਤ ਉੱਤੇ ਬੈਠੇ ਹੋਏ ਨੂੰ ਲੋਕੀ ਸਦਾ ਨਮਸਕਾਰ ਸਲਾਮ ਕਰਨਗੇ ਜੀ। ਇਸ ਤਰ੍ਹਾਂ ਉੱਧਰੋਂ ਲਿਖਿਆ ਫਲ ਪ੍ਰਾਪਤ ਕਰ ਲੈਂਦਾ ਹੈ ਜੀ। ਫਿਰ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਨਾਨਕ ਮਿੱਠੇ ਪਤਰੀਏ ਵੇਖੋ ਲੋਕਾ ਆਏ। ਭਾਵ ਆ ਕੇ ਦੇਖੋ ਲੋਕੋ ਮਿੱਠੇ ਹੋਣ ਨਾਲ ਕਿਵੇਂ ਖਰਾਬ ਹੋਈਦਾ ਹੈ। ਭਾਵ ਤੁਸੀਂ ਜਦੋਂ ਲੋਕਾਂ ਨਾਲ ਚੰਗੇ ਹੁੰਦੇ ਹੋ ਤੇ ਕਈ ਜ਼ਾਲਮ ਲੋਕ ਤੁਹਾਡਾ ਬੜਾ ਹੀ ਫਾਇਦਾ ਉਠਾਉਂਦੇ ਹਨ ਜੀ। ਫਿਰ ਜਿਸ ਤਰ੍ਹਾਂ ਉਹ ਮਿੱਠੇ ਗੰਨੇ ਦੀ ਪੱਤ ਹੋਈ ਉਹਦਾ ਹਵਾਲਾ ਦਿੰਦੇ ਹਨ ਜੀ। ਇਹ ਲੋਕੋ ਆ ਕੇ ਵੇਖੋ ਗੰਨੇ ਦਾ ਹਾਲ ਵੇਖੋ। ਮਿੱਠੇ ਦੇ ਹੋਣ ਦੇ ਕਾਰਨ, ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ ਖੁਆਰ ਹੋਈਦਾ ਹੈ। ਜੇ ਤੁਸੀਂ ਬਹੁਤ ਲੋਕਾਂ ਨਾਲ ਮਿੱਠੇ ਹੋ ਤੇ ਉਹ ਤੁਹਾਡਾ ਫਾਇਦਾ ਉਠਾਉਂਦੇ ਹਨ ਜੀ। ਇੱਥੇ ਭਾਵ ਇਹ ਨਹੀਂ ਕਿ ਚੰਗਿਆਂ ਨੂੰ ਦੁੱਖ ਸਹਾਰਨੇ ਪੈਂਦੇ ਹਨ। ਸਲੋਕ ਦਾ ਭਾਵ ਮਿੱਠੇ ਪਤਰੀਏ ਵਿੱਚ ਆ ਗਿਆ ਹੈ। ਇਹੀ ਖਿਆਲ ਇਸ ਪੌੜੀ ਵਿੱਚ ਵੀ ਹੈ ਜੀ। ਪਹਿਲੇ ਸਲੋਕ ਵਿੱਚ ਸ਼ਰਨ ਵਿੱਚ ਰਹਿ ਕੇ ਜੀਵਨ ਪਾਉਣ ਦਾ ਪ੍ਰਮਾਣ ਹੈ। ਜੋ ਦਰ ਰਹੇ ਸੋ ਉਭਰੇ ਨਾਨਕ ਅਜ ਡਿਠ। ਦੂਜੇ ਸਲੋਕ ਵਿੱਚ ਗੰਨੇ ਵਾਂਗ ਦੁੱਖ ਸਹਾਰ ਕੇ ਭਾਵ ਭਾਣੇ ਵਿੱਚ ਨਿਤਰਨ ਦਾ ਨਮੂਨਾ ਹੈ ਜੀ। ਪੌੜੀ ਵਿੱਚ ਜਿੱਥੇ ਮਨਮੁਖ ਦੀ ਹਠ ਧਰਮੀ ਦਾ ਵਰਣਨ ਹੈ ਉੱਥੇ ਨਾਮ ਰਸੀਏ ਗੁਰਮੁਖ ਦੀ ਵਡਿਆਈ ਨੂੰ ਵੀ ਨਿਰਪੂਰਨ ਕੀਤਾ ਗਿਆ ਹੈ ਜੀ। ਇਸ ਦਾ ਸਾਰ ਇਸ ਤਰ੍ਹਾਂ ਕਰੀਏ। ਗੁਰੂ ਜੀ ਕਹਿੰਦੇ ਹਨ ਕਿ ਅਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਤ ਸੰਗਤ ਵਿੱਚ ਰਹਿਣ ਦੀ ਪ੍ਰਬਲ ਪ੍ਰੇਰਨਾ ਹੈ ਜੀ। ਜਿਵੇਂ ਉਹ ਮਨੁੱਖ
ਜਿਹੜੇ ਸਾਈਂ ਦੀ ਸ਼ਰਨ ਵਿੱਚ ਰਹਿੰਦੇ ਹਨ, ਉਹ ਕਿੱਲੀ ਦੇ ਨਾਲ ਲੱਗੇ ਹੋਏ ਕਣਕ ਦੇ ਦਾਣਿਆਂ ਦੀ ਤਰ੍ਹਾਂ ਪੀਸਣ ਤੋਂ ਬਚ ਜਾਂਦੇ ਹਨ। ਪੀਂਦੇ ਨਹੀਂ, ਪੀਸੇ ਨਹੀਂ ਜਾਂਦੇ। ਤਿਵੇਂ ਸਤਸੰਗੀ ਗੁਰਸ਼ਬਦ ਗੁਰਬਾਣੀ ਦੇ ਨਾਲ ਲੱਗੇ ਹੋਏ ਸਾਧਕ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਾਵ ਵਿਕਾਰਾਂ ਦੀ ਜੂਹ ਵਿੱਚ ਫਸ ਕੇ ਕਿਸੇ ਦੰਡ ਦੇ ਭਾਗੀ ਨਹੀਂ ਬਣਦੇ ਜੀ। ਦੂਜਾ ਦ੍ਰਿਸ਼ਟਾਂਤ ਗੰਨੇ ਦਾ ਹੈ। ਜਿਵੇਂ ਗੰਨਾ ਦੁੱਖ ਸਹਾਰ ਕੇ ਮਿੱਠੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਤਿਵੇਂ ਜਗਿਆਸੂ ਆਤਮਿਕ ਖੇਤਰ ਵਿੱਚ ਕਠਿਨ ਔਖੇ ਅਭਿਆਸ ਕਰਕੇ ਆਪਣੇ ਆਪ ਨੂੰ ਉੱਨਤ ਕਰਦਾ ਹੈ ਜੀ। ਔਗਣ ਸਭ ਮਿਟਾਏ ਕੇ ਪਰਉਪਕਾਰ ਕਰੇ ਦਾ ਧਾਰਨੀ ਬਣਿਆ ਹੀ ਉੱਨਤੀ ਕਰ ਸਕੀਦਾ ਹੈ ਜੀ। ਮਨੁੱਖ ਗੰਨੇ ਵਾਂਗ ਪਹਿਲਾਂ ਬਣੇ ਭਾਵ ਬੰਦੀ ਵਿੱਚ ਪਵੇ, ਫਿਰ ਗੰਨਾ ਜਿਵੇਂ ਕੱਟਿਆ ਜਾਂਦਾ ਹੈ, ਇਸ ਤਰ੍ਹਾਂ ਆਪਣਾ ਜਿਗਰਾ ਵੱਡਾ ਕਰੇ, ਤਨ ਮਨ ਗੁਰੂ ਨੂੰ ਸੌਂਪ ਦੇਵੇ, ਪਰਮੇਸ਼ਰ ਦਾ ਬੰਦਾ ਬਣ ਕੇ ਸਾਹਿਬ ਦੀ ਕਾਰ ਕਰੇ ਜੀ। ਆਪਣਾ ਆਪ ਨਾ ਜਨਾਏ, ਫਿਰ ਇਸ ਦੇ ਬੋਲਾਂ ਵਿੱਚ ਮਿਠਾਸ ਤੇ ਵਰਤੋਂ ਵਿਹਾਰ ਵਿੱਚ ਨਿਮਰਤਾ ਆਪਣੇ ਆਪ ਹੀ ਆ ਜਾਵੇਗੀ ਜੀ। ਇਸ ਤਰ੍ਹਾਂ ਇਸ ਸਿੱਖੀ ਜੀਵਨ ਦਾ ਇੱਕ ਨਮੂਨਾ ਬਣ ਕੇ ਸੰਸਾਰ ਦੇ ਸਾਹਮਣੇ ਰੂਪਮਾਨ ਹੋਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖ ਦੇ ਜੀਵਨ ਦੀ ਤਸਵੀਰ ਖਿੱਚੀ ਹੈ। ਉਹ ਜੀਵਨ ਦੀ ਆਸ ਤੇ ਮਰਨ ਦੀ ਚਿੰਤਾ ਤੋਂ ਮੁਕਤ ਨਹੀਂ ਹੋ ਸਕਦਾ। ਸੋ ਤੱਤ ਇਹ ਹੈ ਕਿ ਜਿਸ ਜਗਿਆਸੂ ਨੇ ਆਪਣੇ ਵਿਕਾਰਾਂ ਨੂੰ ਛੱਡ ਕੇ ਗੁਰਸ਼ਬਦ ਗੁਰਬਾਣੀ ਰਾਹੀਂ ਉਸ ਖੁਰਾਕ ਨੂੰ ਆਪਣੇ ਮੂੰਹ ਵਿੱਚ ਪਾਇਆ ਹੈ, ਸਾਹਿਬ ਦਾ ਨਾਂ ਉਸ ਦੇ ਮੂੰਹ ਵਿੱਚ ਸਾਹਿਬ ਦਾ ਨਾਂ ਹੋਵੇ, ਭਾਵ ਉਸ ਪਰਮੇਸ਼ਰ ਦੇ ਨਾਮ ਨਾਲ ਜੁੜੇ, ਉਸ ਦੇ ਹੁਕਮ ਨੂੰ ਪਛਾਣੇ, ਉਹੀ ਗੁਰਮੁਖ ਉਸ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।